कुर्सियां नहीं ने कोई अगली बार बताइए। ओके हाँ जी, तुहाडा सारिਆਂ ਦਾ बहुत बहुत धन्यवाद। मेरे नाल ने कि हरचंद सिंह बरसड़ जी साडे जनरल सैकटरी आम आदमी पार्टी पंजाब, सरदार जरनैल सिंह जी MLA तिलक नगर पंजाब के इंचार्ज ने आम आदमी पार्टी के मामलों के, मीत हेर जी MLA बरनाला। अज असी एक बड़ा अहम विषय गा पंजाब का कि जिहड़ा RDF आ, जिहड़ा RDF फंड आ, रूरल डिवेलपमेंट फंड आ, जिहड़ा पेंडू विकास फंड आ, उहदी मिसयूज पंजाब सरकार ने बादल वेले, बादल साहब वेले और हुण कैप्टन साहब वेले किवें उहदी मिसयूज हो रही है और किस तरह जिहड़ा हैगा ये एक केंद्र सरकार नूं जिहड़ा हैगा दे रहे ने कि तुसीं साडी ये रोको, क्योंकि 4500 करोड़ रुपया 4500 करोड़ रुपये का लोन पंजाब सरकार ने लिया सीगा कि फार्मर डैप्ट रिलीफ स्कीम दे लई कि किसानां दा असी करजा माफ़ करना गा, उहदे 4500 करोड़ रुपया लिया सीगा। इस तो बिना एक स्मार्ट विलेज स्कीम पिंडां नूं जिहड़ा हैगा पिंडां दा सुंदरीकरण करना सीगा, उहदे लई लोन लिया सीगा। उस लोन दे विच जिन्नी ये पेमेंट आउंदी आ लगभग 1750 करोड़ रुपया, 1000 करोड़ रुपया जिहड़ा हैगा जीरी दा आउंदा गा, झोने दा आउंदा गा और 750 करोड़ रुपया जिहड़ा हैगा वो कणक दा आउंदा गा। ये 1750 करोड़ रुपया सालाना जिहड़ा फंड आउंदा गा, ये सिर्फ ते सिर्फ पेंडू खेतर 'च खर्च होना हुंदा। सिर्फ जिहड़ा हैगा पिंडां ਦੀਆਂ सड़कां, पिंडां ਦੀਆਂ मंडियां, पिंडां ਦੀ ਡਿਵੈਲਪਮੈਂਟ, ਜਿਹੜੀਆਂ ਛੋਟੀਆਂ ਛੋਟੀਆਂ ਮੰਡੀਆਂ ਕਿਵੇਂ ਡਿਵੈਲਪ ਕਰ ਰਹੀਆਂ ਨੇ, ਕਿਵੇਂ ਕਿਸਾਨ ਦਾ ਜਿਹੜਾ ਜਿੱਥੇ ਫਸਲ ਵੇਚਦਾ ਕਿਸਾਨ ਆ ਕੇ ਉਹ ਇਨਫਰਾਸਟ੍ਰਕਚਰ ਨੂੰ ਕਿਵੇਂ ਜਿਹੜਾ ਮਜ਼ਬੂਤ ਕਰਨਾਗਾ, ਉਹਦੇ ਲਈ ਫੰਡ ਯੂਜ਼ ਹੁੰਦਾ। ਪਰ ਲੇਕਿਨ ਪੰਜਾਬ ਦੀ ਪੁਰਾਣੀ ਸਰਕਾਰ, ਬਾਦਲ ਸਾਹਿਬ ਦੀ ਸਰਕਾਰ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਨੇ ਸਾਰਾ ਪੈਸਾ ਜਿਹੜਾ ਹੈਗਾ ਇਹ ਮਿਸਯੂਜ਼ ਕੀਤਾਗਾ ਦੋਨਾਂ ਸਰਕਾਰਾਂ ਨੇ और 4500 करोड़ रुपये का ब्याज देण दे विच ਜਿਹੜਾ ਨੇ ਮਿਸਯੂਜ਼ ਕੀਤਾਗਾ, ਤਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਬੰਦ ਕੀਤਾਗਾ। ਕੇਂਦਰ ਸਰਕਾਰ ਦੀ ਜਿਹੜੀ ਫਸਟ ਜਿਹੜੀ ਸਕੀਮ ਆ, ਜਿਹੜੇ 3 ਬਿੱਲ ਪਾਸ ਹੋਏ ਨੇ ਉਹਨੂੰ ਲਾਗੂ ਕਰਨ ਦੀ ਪਹਿਲੀ ਸਕੀਮ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਆ ਜਿਹੜਾ ਲੈਟਰ ਹੈਗਾ, ਲੈਟਰ ਡੇਟਡ 23/10 ਦਾ ਲੈਟਰ ਜਿਹੜਾ ਹੈਗਾ 2020 ਦਾ ਲੈਟਰ ਜਿਹੜਾ ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਕਿ ਆ ਇਹਦੀ ਕਲੌਜ ਹੈ, ਆ ਕਲੌਜ ਆ ਇਹਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਕਿ 3% ਸੀਗਾ MSP ਤੇ 3% MSP ਤੇ ਸੀਗਾ, ਉਹ ਟੋਟਲ ਜਿਹੜਾ ਹੈਗਾ ਉਹਦਾ ਖਾਨਾ ਖਾਲੀ ਛੱਡਤਾ, ਖਤਮ ਹੋ ਗਿਆ। ਯਾਨੀ ਕਿ ਗਵਰਨਮੈਂਟ ਆਫ ਇੰਡੀਆ ਨੇ ਬਿਲਕੁਲ ਇਹਨੂੰ ਬੰਦ ਕਰਤਾ। ਸੋ ਇਹਦੇ ਨਾਲ ਕੀ ਹੋਣਾਗਾ, ਸੋ ਇਹਦਾ ਕਾਰਨ ਕੀ ਦੱਸਿਆ ਗਿਆ, ਕਾਰਨ ਪਿੱਛੇ ਦੱਸਿਆ ਗਿਆ ਬੜਾ ਸਪਸ਼ਟ ਲਿਖਿਆ, ਮੈਟਰ ਰਿਲੇਟਡ ਟੂ deduction from MSC made by the state and the utilization of RD fees for the purpose of development of procurement center is under scrutiny। ਅੰਡਰ ਸਕਰੂਟਨੀ ਆ ਕਿਉਂ ਆਗਾ, ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਬਾਦਲ ਸਰਕਾਰ ਨੇ, ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਕੈਪਟਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਮਿਸਯੂਜ਼ ਕੀਤਾ ਗਿਆ। ਸੋ ਇਹ ਸ਼ੁਰੂਆਤ ਆ, ਜਿਹੜੇ 3 ਬਿੱਲ ਪਾਸ ਹੋਏ ਨੇਗੇ, ਜਿਹੜੇ 3 ਕਾਲੇ ਕਾਨੂੰਨ ਪਾਸ ਹੋਏ ਨੇ ਕੇਂਦਰ ਸਰਕਾਰ ਨੇ, ਉਹਨਾਂ ਦੀ ਸ਼ੁਰੂਆਤ ਹੋਈ ਹੈਗੀ। ਆ ਲੈਟਰ ਜਿਹੜਾ ਹੈਗਾ ਇਹ ਦੱਸਦਾਗਾ ਕਿ ਕਿਸ ਤਰ੍ਹਾਂ ਉਹ ਫੰਡ ਰੋਕਿਆ ਗਿਆ ਗਾ। ਉਹ ਫੰਡ ਰੋਕਣ ਦਾ ਕਾਰਨ ਕੀ ਆ ਕਿ ਕਾਨੂੰਨ ਦੀ ਉਹ ਜਿਹੜਾ ਕਾਨੂੰਨ ਸੈਂਟਰ ਦਾ ਕਾਨੂੰਨ ਹੈਗਾ, ਉਹ ਕਾਨੂੰਨ ਦੀਆਂ ਸ਼ਰਤਾਂ ਨੇਗੀਆਂ, ਉਹ ਕਾਨੂੰਨ ਦੇ ਵਿੱਚ ਲਿਖਿਆ ਗਿਆ। ਸੋ ਪਹਿਲੀ ਜਿਹੜੀ ਆ 3% ਉਡਾ ਦਿੱਤੀ ਗਈ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾਗਾ, ਅਗਲੀ ਵਾਰ ਆੜ੍ਹਤੀਆਂ ਦੀ ਉਡਾ ਦੇਣਗੇ, ਉਸ ਤੋਂ ਬਾਅਦ ਜਿਹੜਾ ਹੈਗਾ ਮਾਰਕੀਟ ਫੀਸ ਉਡਾ ਦੇਣਗੇ। ਲਗਾਤਾਰ ਜਿਹੜਾ ਹੈਗਾ ਆ ਪਹਿਲਾ ਲੈਟਰ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਦਾ, ਔਰ ਇਹਦੇ ਵਿੱਚ ਮੈਂ ਸਮਝ ਤਾਂ ਹੋ ਰਿਹਾ ਕਿਉਂਕਿ ਪੰਜਾਬ ਸਰਕਾਰ, ਚਾਹੇ ਬਾਦਲ ਸਾਹਿਬ ਦੀ ਸਰਕਾਰ ਆ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਦੋਨਾਂ ਸਰਕਾਰਾਂ ਨੇ ਇਸ ਪੈਸੇ ਦਾ ਮਿਸਯੂਜ਼ ਕਰਕੇ ਜਿਹੜਾ ਹੈਗਾ ਕੇਂਦਰ ਨੂੰ ਰਾਹ ਪੱਧਰਾ ਕੀਤਾ ਗਿਆ ਕਿ ਤੁਸੀਂ ਸਾਡਾ ਫੰਡ ਰੋਕ ਲਓ। ਸੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਤੁਹਾਨੂੰ ਪਤਾ ਗਾ ਕਿ ਪੰਜਾਬ ਪੂਰਾ ਜਿਹੜਾ ਹੈਗਾ ਇਸ ਸਮੇਂ ਧਰਨਿਆਂ ਦਾ ਪ੍ਰਦੇਸ਼ ਬਣਿਆ ਹੋਇਆ। ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਪ੍ਰੋਟੈਸਟ ਹੋ ਰਹੇ ਨੇਗੇ ਔਰ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਫਾਰਮਰ ਦੀ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜ ਰਹੀ ਆ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜ ਰਹੀ ਆ ਔਰ ਜਿਹੜਾ ਫੰਡ ਆ ਇਹਨੂੰ ਬੰਦ ਕੀਤਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਪੰਜਾਬ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ ਜਿੱਥੇ ਫੰਡ ਯੂਜ਼ ਹੋਏ ਨੇ ਹੁਣ ਤੱਕ, ਕਿੱਥੇ ਯੂਜ਼ ਹੋਏ ਨੇਗੇ ਪੈਸੇ, ਉਹਦਾ ਇੱਕ ਵਾਈਟ ਪੇਪਰ ਜਾਰੀ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਾਰਕੀਟ ਜਿਹੜਾ ਪੈਸਾ ਪਿੰਡਾਂ ਲਈ ਆਉਂਦਾ ਗਾ, ਜਿਹੜਾ ਮੈਂ ਸਮਝਦਾ ਰੂਰਲ ਡਿਵੈਲਪਮੈਂਟ ਲਈ ਆਉਂਦਾ ਗਾ, ਉਹ ਪੈਸੇ ਦਾ ਮਿਸਯੂਜ਼ ਕਿੱਥੇ ਹੋਇਆ ਗਾ, ਕਿਹਨੇ ਉਹ ਪੈਸਾ ਖਾਧਾ ਗਾ। ਕਿਉਂਕਿ ਬਾਦਲ ਸਾਹਿਬ ਨੇ ਜੋ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ, ਤੁਹਾਨੂੰ ਸਾਰਿਆਂ ਨੂੰ ਪਤਾ ਗਾ ਕਿ ਸੰਗਤ ਦਰਸ਼ਨ ਦੇ ਵਿੱਚ ਇਹ ਸਾਰਾ ਪੈਸਾ ਜਿਹੜਾ ਹੈਗਾ ਇੱਧਰ ਉੱਧਰ ਜਿਹੜਾ ਹੈਗਾ ਵੰਡ ਕੇ ਆਪਦੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ, ਆਪਣੀ ਪਾਰਟੀ ਦੇ ਬੰਦਿਆਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਹੈਗਾ ਇਹ ਪੈਸਾ ਬਰਬਾਦ ਕੀਤਾ ਗਾ। ਔਰ ਪੰਜਾਬ ਦਾ ਇਹ ਪੈਸਾ ਕਿਹਦੇ ਲਈ ਆਉਣਾ ਸੀਗਾ, ਪੰਜਾਬ ਦੇ ਕਿਸਾਨਾਂ ਦੇ ਹੀ ਆਉਂਦਾ ਗਾ।
ਪੰਜਾਬ ਦੇ ਫਾਰਮਰ ਲਈ ਆਉਂਦਾ ਗਾ, ਪੰਜਾਬ ਦੇ ਖੇਤ ਮਜ਼ਦੂਰਾਂ ਲਈ ਆਉਂਦਾ ਗਾ, ਪੰਜਾਬ ਦੀਆਂ ਮੰਡੀਆਂ ਲਈ ਆਉਂਦਾ ਗਾ, ਪੰਜਾਬ ਦੀਆਂ ਸੜਕਾਂ ਲਈ ਆਉਂਦਾ ਗਾ। ਸੋ ਜਿਹੜੀਆਂ ਪਿੰਡੂ ਸੜਕਾਂ ਨੇਗੀਆਂ ਸੋ ਉਹਨਾਂ ਨੂੰ ਬਰਬਾਦ ਕੀਤਾ ਗਿਆ, ਔਰ ਉਸੇ ਤਰ੍ਹਾਂ ਹੁਣ ਕੈਪਟਨ ਸਾਹਿਬ ਕਰ ਰਹੇ ਨੇਗੇ। ਔਰ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਹੈ ਇਹਦੀ ਆੜ ਦੇ ਵਿੱਚ ਜਿਹੜਾ ਆਪਣਾ ਰੂਲ ਹੈਗਾ, ਆਪਣਾ ਕਾਨੂੰਨ ਜਿਹੜਾ ਉਹਨੇ ਬਣਾਇਆ ਗਾ ਉਹ ਲਾਗੂ ਕਰ ਰਹੀ ਆ। ਸਾਡੀ ਮੰਗ ਆ ਕਿ ਪੰਜਾਬ ਸਰਕਾਰ ਜਿਹੜੀ ਆ ਤੁਰੰਤ ਵਾਈਟ ਪੇਪਰ ਜਾਰੀ ਕਰੇ ਇਹ ਸਾਰੇ ਮਾਮਲੇ ਉੱਤੇ, ਜਿਹੜਾ ਫੰਡ ਆ ਕਿੱਥੇ ਕਿੱਥੇ ਮਿਸਯੂਜ਼ ਹੋਇਆ, ਔਰ ਨਾਲ ਦੀ ਨਾਲ ਜਿਹੜਾ ਸੈਂਟਰ ਸਰਕਾਰ ਆ ਗਈ, ਕੇਂਦਰ ਦੀ ਸਰਕਾਰ ਆ, ਬਿਲਕੁਲ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ। ਆਮ ਆਦਮੀ ਪਾਰਟੀ ਮੰਗ ਕਰਦੇ ਜਾਂਚ ਹੋਣੀ ਚਾਹੀਦੀ ਆ, ਕਿੱਥੇ ਮਿਸਯੂਜ਼ ਹੋਇਆ ਪੈਸਾ, ਕਿਹਨੇ ਖਾਧਾ ਗਾ। ਸੋ ਉਹਨਾਂ ਦੇ ਖਿਲਾਫ, ਉਹਨਾਂ ਲੋਕਾਂ ਦੇ ਖਿਲਾਫ ਜਿਹੜਾ ਹੈਗਾ, ਚਾਹੇ ਉਹ ਪੰਜਾਬ ਦਾ ਕੋਈ ਸਾਬਕਾ ਮੁੱਖ ਮੰਤਰੀ ਆ, ਚਾਹੇ ਹੁਣ ਕੈਪਟਨ ਸਾਹਿਬ ਨੇ, ਜਿੱਥੇ ਮਿਸਯੂਜ਼ ਹੋਇਆ ਪੈਸਾ, ਜਿੱਥੇ ਜਿਹੜੇ ਫੰਡ ਡਾਇਵਰਟ ਹੋਏ ਨੇਗੇ ਕਿਸੇ ਹੋਰ ਪਾਸੇ ਲੱਗੇ ਨੇਗੇ, ਸੋ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਕਿਉਂਕਿ ਇਹ ਪੰਜਾਬ ਦਾ ਪੈਸਾ ਗਾ, ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਪੰਜਾਬ ਦੇ ਕਿਸਾਨਾਂ ਦਾ ਪੈਸਾ ਗਾ। ਇਹ ਪੈਸੇ ਨੂੰ ਜਿਹੜਾ ਹੈਗਾ ਰੋਕਿਆ ਨਹੀਂ ਜਾਣਾ ਚਾਹੀਦਾ, ਪੈਸਾ ਜਿਹੜਾ ਤੁਰੰਤ ਜਾਰੀ ਹੋਣਾ ਚਾਹੀਦਾ। ਪਰ ਲੇਕਿਨ ਜਿਨ੍ਹਾਂ ਲੋਕਾਂ ਨੇ ਇਹ ਪੈਸਾ ਮਿਸਯੂਜ਼ ਕੀਤਾ ਗਾ, ਖਾਧਾ ਗਾ, ਬਰਬਾਦ ਕੀਤਾ ਗਾ, ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ। ਔਰ ਪੰਜਾਬ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਚਾਹੀਦਾ ਕਿ ਜਿੱਥੇ ਪੈਸਾ ਖਰਚਿਆ ਹੁਣ ਤੱਕ, ਜਿੱਥੇ ਡਾਇਵਰਟ ਕੀਤਾ ਗਾ ਜਾਂ ਮਿਸਯੂਜ਼ ਜਿੱਥੇ ਵੀ ਹੋਇਆ, ਉਹਦਾ ਇੱਕ ਵਾਈਟ ਪੇਪਰ ਜ਼ਰੂਰ ਜਾਰੀ ਹੋਣਾ ਚਾਹੀਦਾ ਗਾ। ਸੋ ਆਹ ਲੈਟਰ ਜਿਹੜਾ ਹੈਗਾ, ਮੈਂ ਇੱਕ ਵਾਰ ਫੇਰ ਦਿਖਾ ਰਿਹਾ ਤੁਹਾਨੂੰ, ਇਹ ਲੈਟਰ ਜਿਹੜਾ ਹੈਗਾ ਇਸ ਗੱਲ ਦੀ ਗਵਾਹੀ ਭਰਦਾ ਕਿ ਕੇਂਦਰ ਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ, ਜਿਹੜਾ ਮੋਦੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਾਲਾ ਕਾਨੂੰਨ ਲਾਗੂ ਕਰਨ ਦੀ ਜਿਹੜੀ ਸ਼ੁਰੂਆਤ ਆ ਉਹ ਇੱਥੋਂ ਕਰ ਦਿੱਤੀ ਆ। ਇਹਦਾ ਜਿਹੜਾ ਸਪਸ਼ਟ ਆ ਲੈਟਰ ਕਰਦਾਗਾ। ਇਹ ਅਮਾਉਂਟ ਜਿਹੜੀ ਹੈਗੀ ਜੀ ਝੋਨੇ ਦੀ ਫਸਲ ਤੇ ਲਗਭਗ 1000 ਬਣਦਾਗਾ, 1000 ਕਰੋੜ ਬਣਦਾਗਾ, ਔਰ ਕਣਕ ਤੇ ਲਗਭਗ 750 ਕਰੋੜ ਬਣਦਾਗਾ। 1750 ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਲਾਨਾ ਜਿਹੜਾ ਹੈਗਾ ਪੰਜਾਬ ਨੂੰ ਆਉਣਾ ਹੁੰਦਾਗਾ। ਉਹਦੇ ਤੇ ਰੋਕ ਲਾਈ ਹੈ ਸੈਂਟਰ ਸਰਕਾਰ ਨੇ। ਜੋ ਪਹਿਲਾ ਹਮਲਾ ਜਿਹੜਾ ਹੈਗਾ ਪੰਜਾਬ ਤੇ, ਮੈਂ ਸਮਝਦਾ ਕਾਲੇ ਕਾਨੂੰਨ ਦਾ ਕੇਂਦਰ ਸਰਕਾਰ ਨੇ ਥੋਪਿਆ। ਘਟਾਲਾ ਕਿੰਨੇ ਕੁ ਦਾ ਲੱਗਦਾ ਤੁਹਾਨੂੰ? ਘੁਟਾਲਾ ਦੀ ਜਾਂਚ ਹੋਊਗੀ। ਘੁਟਾਲਾ ਲਗਭਗ ਮੈਂ ਸਮਝਦਾ ਇਹਦੇ ਵਿੱਚ 4500 ਕਰੋੜ ਰੁਪਇਆ ਲੋਨ ਆ, 4500 ਕਰੋੜ ਰੁਪਇਆ ਲੋਨ ਲਿਆ ਸੀਗਾ। ਉਹਦੀ ਲੋਨ ਦੀ ਜਿਹੜੀ ਕਿਸ਼ਤ ਆ ਗਈ, ਲੋਨ ਦੀ ਜਿਹੜਾ ਵਿਆਜ ਆ, ਵਿਆਜ ਦੀ ਕਿਸ਼ਤ ਜਿਹੜੀ ਇੱਥੋਂ ਮੋੜੀ ਜਾ ਰਹੀ ਆ। ਲਾਉਣਾ ਪੈਸਾ ਡਿਵੈਲਪਮੈਂਟ ਤੇ ਸੀਗਾ ਪੰਜਾਬ ਦੀ, ਤੇ ਪੰਜਾਬ ਦੇ ਕਿਸਾਨਾਂ ਦੀ ਡਿਵੈਲਪਮੈਂਟ ਤੇ ਲਾਉਣਾ ਸੀਗਾ, ਪੰਜਾਬ ਦੀਆਂ ਮੰਡੀਆਂ ਡਿਵੈਲਪਮੈਂਟ ਤੇ ਲਾਉਣਾ ਸੀਗਾ। ਪਰ ਕੀਤਾ ਕੀ ਜਾ ਰਿਹਾ, ਜਿਹੜਾ ਲੋਨ ਲਿਆ ਸੀਗਾ ਉਸ ਲੋਨ ਦਾ ਜਿਹੜਾ ਵਿਆਜ ਆ, ਉਹ ਵਿਆਜ ਦੇਣ ਲਈ ਜਿਹੜਾ ਪੈਸੇ ਦੀ ਮਿਸਯੂਜ਼ ਵਰਤੋਂ ਹੋ ਰਹੀ ਹੈ। ਸੀਮਾ ਜੀ, ਫਿਰ ਤਾਂ ਬੀਜੇਪੀ ਸੈਂਟਰ ਸਰਕਾਰ ਠੀਕ ਹੈ ਜੇ ਪੰਜਾਬ ਤੇ ਮਿਸਯੂਜ਼ ਹੋਇਆ ਤੇ ਜੇ ਸਿਕਿਉਰਿਟੀ ਤੇ ਲਾਤਾ, ਫਿਰ ਤੇ ਬੀਜੇਪੀ ਤੇ ਜਸਟੀਫਾਈ ਹੈ ਉਹਨਾਂ ਨੂੰ ਪੈਸਾ ਰੋਕਣਾ। ਨਹੀਂ, ਪੈਸਾ ਰੋਕਣਾ ਜਸਟੀਫਾਈ ਨਹੀਂ ਹੈਗਾ। ਪੈਸਾ ਪੰਜਾਬ ਨੂੰ ਮਿਲਣਾ ਚਾਹੀਦਾਗਾ। ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਪੰਜਾਬ ਦੇ ਕਿਸਾਨਾਂ ਦਾ ਪੈਸਾ ਗਾ। ਮੈਂ ਕਹਿੰਦਾ ਪੈਸਾ ਨਹੀਂ ਰੋਕਣਾ ਚਾਹੀਦਾ, ਇਨਕੁਆਇਰੀ ਹੋਣੀ ਚਾਹੀਦੀ ਆ। ਮੈਂ ਕਹਿੰਦਾ FIR ਵੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ। ਪਰ ਲੇਕਿਨ ਜਿਨ੍ਹਾਂ ਨੇ ਮਿਸਯੂਜ਼ ਕੀਤਾ, ਨਹੀਂ ਜਿਨ੍ਹਾਂ ਨੇ ਮਿਸਯੂਜ਼ ਕੀਤਾ ਗਾ, ਇੱਕ ਮਿੰਟ ਪਲੀਜ਼, ਜਿਨ੍ਹਾਂ ਨੇ ਮਿਸਯੂਜ਼ ਕੀਤਾ ਗਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਪੰਜਾਬ ਦੇ ਲੋਕ ਕਿਉਂ ਸਫਰ ਕਰਨ, ਪੰਜਾਬ ਦੇ ਲੋਕਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਆ? ਉਹਨਾਂ ਲੋਕਾਂ ਨੂੰ ਸਜ਼ਾ ਹੋਵੇ ਜਿਨ੍ਹਾਂ ਨੇ ਮਿਸਯੂਜ਼ ਕੀਤਾ ਗਾ, ਜਿਨ੍ਹਾਂ ਨੇ ਪੈਸੇ ਡਾਇਵਰਟ ਕੀਤੇ ਨੇਗੇ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ, ਨਾ ਕਿ ਪੰਜਾਬ ਦੇ ਲੋਕਾਂ ਨੂੰ ਸਜ਼ਾ ਮਿਲੇ। ਜਿਹੜੀ ਟਾਈਮਿੰਗ ਤੇ ਪੈਸਾ ਰੋਕਿਆ ਜੀ, ਉਹ ਟਾਈਮਿੰਗ ਨੂੰ ਕਿਦਾਂ ਦੇਖ ਰਹੇ ਹੋ? ਕਿਉਂਕਿ ਜੇ ਤੁਸੀਂ ਗੱਲ ਕਰੀਏ ਘੁਟਾਲਾ 1 ਸਾਲ ਦਾ ਤਾਂ ਹੈ ਨਹੀਂ, ਹੋ ਸਕਦਾ ਇਸ ਤੋਂ ਪਹਿਲਾਂ, ਕਿਉਂਕਿ 60-70 ਸਾਲਾਂ ਤੋਂ ਫੰਡ ਆ ਰਿਹਾ ਸੀ। ਜਿਹੜੇ ਟਾਈਮ ਇਹ ਫੰਡ ਰੋਕਿਆ ਗਿਆ ਉਸ ਚੀਜ਼ ਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ? ਦੇਖੋ, ਇਹ ਜਿਹੜਾ ਟਾਈਮਿੰਗ ਤੁਸੀਂ ਪੁੱਛੀ ਆ, ਟਾਈਮਿੰਗ ਬਿਲਕੁਲ ਤੁਹਾਡੀ ਗੱਲ ਠੀਕ ਆ। ਟਾਈਮਿੰਗ ਜਦੋਂ ਕਾਲੇ ਕਾਨੂੰਨ ਲਾਗੂ ਕਰਨ ਦੀ ਜਿਹੜੀ ਸ਼ੁਰੂਆਤ ਆ ਗਈ ਸਰਕਾਰ ਨੇ, ਇਹ ਜਿਹੜੀ ਪੰਜਾਬ ਸਰਕਾਰ ਦੀ ਕਮਜ਼ੋਰੀ ਆ, ਜਿਹੜੀ ਕੈਪਟਨ ਸਾਹਿਬ ਦੀ ਕਮਜ਼ੋਰੀ ਆ, ਜਿਹੜੀ ਬਾਦਲ ਸਾਹਿਬ ਦੀ ਕਮਜ਼ੋਰੀ ਆ, ਉਹ ਫੜ ਕੇ ਜਿਹੜਾ ਹੈਗਾ ਉਹਨੂੰ ਫੜ ਕੇ ਆਪਦਾ ਕਾਨੂੰਨ ਲਾਗੂ ਕਰਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਆ। ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕਮਜ਼ੋਰੀ ਆ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸੇ ਵੀ ਸਿਚੁਏਸ਼ਨ ਨੂੰ, ਕਿਸੇ ਵੀ ਸਥਿਤੀ ਨੂੰ ਜਿਹੜਾ ਹੈਗਾ ਉਹ ਅੱਛੀ ਤਰੀਕੇ ਨਾਲ ਟੈਕਲ ਨਹੀਂ ਕਰ ਰਹੇ। ਬੜੇ ਕਮਜ਼ੋਰ ਮੁੱਖ ਮੰਤਰੀ ਨੇ ਪੰਜਾਬ ਦੇ। ਕਿਸੇ ਵੀ ਮਾਮਲੇ ਨੂੰ ਸੈਂਟਰ ਦੇ ਨਾਲ ਨਾ ਟੇਕ ਅਪ ਕਰਦੇ ਨੇ, ਨਾ ਹੀ ਕੋਈ ਘਪੜੇ ਤੇ ਰੋਕ ਪਾਉਂਦੇ ਨੇ, ਨਾ ਹੀ ਜਿਹੜਾ ਫੰਡ ਜਿਹੜਾ ਆ ਰਿਹਾ ਇਹਦੀ ਮਿਸਯੂਜ਼ ਰੋਕ ਰਹੇ ਨੇ। ਸੋ ਇਸੇ ਗੱਲ ਕਰਕੇ ਜਿਹੜੀ ਮਾੜੀ ਕੜੀ ਆ, ਜਿਹੜੀ ਪੰਜਾਬ ਸਰਕਾਰ ਦੀ ਮਾੜੀ ਕੜੀ ਆ, ਕੇਂਦਰ ਸਰਕਾਰ ਨੇ ਉਹ ਫੜ ਕੇ ਜਿਹੜਾ ਹੈਗਾ ਆਪਣਾ ਕਾਨੂੰਨ ਥੋਪਿਆਗਾ। ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਮੰਨਦੇ ਹੋ? ਗੱਲ RDF ਆ, ਇਹ ਤਾਂ ਪੰਜਾਬ ਸਰਕਾਰ ਦਾ ਟੈਕਸ ਆ ਜਿਹੜਾ ਉਹਦੇ ਪਰ ਲੈ ਰਹੀ ਹੈ ਜੀ। ਇਹ ਤਾਂ ਪੰਜਾਬ ਸਰਕਾਰ ਦਾ ਸਿੱਧਾ ਹੀ, ਇਹਦੇ ਪਰ ਕੇਂਦਰ ਦਾ ਕੋਈ ਦਖਲ ਨਹੀਂ ਹੈਗਾ। ਕੇਂਦਰ ਨੇ ਜੇ ਜਾਂਚ ਕਰਾਉਣੀ ਆ, ਜਿਹੜਾ ਸਕਾਲਰਸ਼ਿਪ ਦੇ ਘਪਲੇ ਹੋਏ ਆ, ਨਰੇਗਾ ਦੇ ਘਪਲੇ, ਉਹਦੇ ਕੋਲ ਕਰਾਵੇ। ਇਹ ਤਾਂ ਕੇਂਦਰ ਦਾ ਹੱਥ ਨਹੀਂ ਬਣਦਾ ਜੀ, ਕੇਂਦਰ ਦਾ ਕੋਈ ਰੋਲ ਹੀ ਨਹੀਂ ਇਹਦੇ 'ਚ ਬਣਦਾ। ਇਹ ਤਾਂ ਜਾਣ ਬੁੱਝ ਕੇ ਤੁਹਾਨੂੰ ਲੱਗ ਨਹੀਂ ਰਿਹਾ ਵੀ ਜਿਹੜੇ ਨਵੇਂ ਕਾਨੂੰਨ ਬਣਾਏ ਆ ਉਹ MSP ਰੋਕ। ਮੈਂ ਉਹੀ ਕਹਿ ਰਿਹਾਗਾ ਸਿੱਬਰ ਸਾਹਿਬ, ਮੈਂ ਉਹੀ ਕਹਿ ਰਿਹਾ ਕਿ ਨਵੇਂ ਕਾਨੂੰਨ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਨੇ ਜਿਹੜੀ ਮਾੜੀ ਕੜੀ ਆ ਪੰਜਾਬ ਸਰਕਾਰ ਦੀ ਉਹ ਫੜ ਲਈ। ਜਦ ਕਿ ਜਾਂਚ ਕਿਹਦੀ ਹੋਣੀ ਚਾਹੀਦੀ ਹੈਗੀ? ਸਕਾਲਰਸ਼ਿਪ ਦੀ ਹੋਣੀ ਚਾਹੀਦੀ ਆ। ਜਾਂਚ ਜਿਹੜੀ ਹੈਗੀ ਆ ਸ਼ਰਾਬ ਮਾਫੀਆ ਦੀ ਹੋਣੀ ਚਾਹੀਦੀ ਹੈ। ਜਾਂਚ ਲਈ ਹੋਰ ਬਹੁਤ ਸਾਰੇ ਵਿਸ਼ੇ ਲੱਗੇ। ਇਹ ਸਮਝਦਾ ਪਹਿਲਾ ਹਮਲਾ ਨਹੀਂ, ਇਹ ਬਹੁਤ ਵੱਡਾ ਜਿਹੜਾ ਹਮਲਾ ਗਾ ਕਿ ਕੇਂਦਰ ਸਰਕਾਰ ਨੇ ਸੰਘੀ ਢਾਂਚੇ ਤੇ ਵੀ ਕੀਤਾਗਾ। ਸਾਡੇ ਸੰਘੀ ਢਾਂਚੇ ਤੇ ਬਹੁਤ ਵੱਡਾ ਹਮਲਾ ਕੀਤਾਗਾ, ਪੰਜਾਬ ਰਾਜ ਤੇ ਹਮਲਾ ਕੀਤਾਗਾ, ਕਿਉਂਕਿ ਪੰਜਾਬ ਸਟੇਟ ਦਾ ਫੰਡ ਆ। ਇਹ
ਇਹ ਪੰਜਾਬ ਸਟੇਟ ਦਾ ਫੰਡ ਆ, ਸਟੇਟ ਤੇ ਹਮਲਾ ਕੀਤਾ ਕੇਂਦਰ ਸਰਕਾਰ ਨੇ। ਇਹਨਾਂ ਬਿੱਲਾਂ ਦੀ ਆੜ ਦੇ ਵਿੱਚ ਜਿਹੜਾ ਸੰਘੀ ਢਾਂਚਾ ਗਾ ਉਹਨੂੰ ਤੋੜਨ ਦਾ ਯਤਨ, ਉਹਨੂੰ ਤਹਿਸ-ਨਹਿਸ ਕਰਨ ਦਾ ਯਤਨ ਜਿਹੜਾ ਹੈਗਾ ਕੇਂਦਰ ਸਰਕਾਰ ਕਰ ਰਹੀ ਆ। ਸੋ ਇਹ ਲੈਟਰ ਜਿਹੜਾ ਹੈਗਾ ਉਹਦਾ ਪ੍ਰਮਾਣ ਆ। ਚੀਮਾ ਸਾਹਿਬ, ਜਿਵੇਂ ਕਿ ਪਹਿਲੇ ਤੁਹਾਨੂੰ ਸਵਾਲ ਕੀਤਾ ਹੈ ਕਿ ਭਾਵੇਂ ਜੋ ਵੀ ਹੈ, ਲੇਕਿਨ ਇਹ ਤਾਂ ਕੇਂਦਰ ਨੇ ਠੀਕ ਕੀਤਾ, ਕਿਉਂਕਿ ਅਗਰ ਉਹ ਫਿਰ ਫੰਡ ਅਗਰ ਪੰਜਾਬ ਦੇ ਵਿੱਚ ਆਣਾ ਤਾਂ ਉਹਨੇ ਹੱਥੇ ਹੀ ਜਿੰਨਾ ਤੁਸੀਂ ਆਰੋਪ ਲਗਾ ਰਹੇ ਹੋ। ਦੇਖੋ ਮੈਂ ਕਹਿੰਦਾ, ਮੈਂ ਤੁਹਾਡੇ ਉਸੇ ਜਵਾਬ, ਮੇਰੀ ਗੱਲ ਸੁਣੋ, ਜਿਹੜਾ ਫੰਡ ਆਉਂਦਾਗਾ, ਜੇਕਰ ਜਿਹੜਾ ਵਿਅਕਤੀ ਲਾਗੂ ਕਰਨ ਵਾਲਾ ਵਿਅਕਤੀ ਆ, ਪੰਜਾਬ ਦਾ ਮੁੱਖ ਮੰਤਰੀ ਆ ਜਾਂ ਪੰਜਾਬ ਦਾ ਕੋਈ ਹੋਰ ਮਿਨਿਸਟਰ ਆ, ਜੇਕਰ ਉਹ ਦੋਸ਼ੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਤੇ ਕਿਉਂ ਕਾਰਵਾਈ ਕਰ ਰਹੇ ਨੇ? ਇਹ ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਸਟੇਟ ਦਾ ਪੈਸਾ ਗਾ, ਸਟੇਟ ਦਾ ਪੈਸਾ ਨਹੀਂ ਰੁਕਣਾ ਚਾਹੀਦਾ। ਜਿਹੜੇ ਵਿਅਕਤੀਆਂ ਨੇ ਮਹਿਸੂਸ ਕੀਤਾਗਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਚਾਹੇ ਸੁਖਬੀਰ ਸਿੰਘ ਬਾਦਲ ਨੇਗੇ, ਚਾਹੇ ਅਮਰਿੰਦਰ ਸਿੰਘ ਨੇ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਸੈਂਟਰ ਸਰਕਾਰ ਇਹਨਾਂ ਦੇ ਖਿਲਾਫ ਕਾਰਵਾਈ ਕਰੇ। ਪੰਜਾਬ ਦੇ ਲੋਕਾਂ ਦਾ ਪੈਸਾ ਕਿਉਂ ਰੋਕਿਆ ਜਾ ਰਿਹਾ ਹੈਗਾ? ਦੇਖੋ ਹੁਣ ਤੱਕ ਤਾਂ ਇਹੀ ਨਿਕਲ ਕੇ ਆ ਗਿਆ, ਜਿਹੜਾ ਵਿਆਜ ਆ, ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀਗਾ, ਉਹਦੇ ਲਈ 4500 ਕਰੋੜ ਰੁਪਇਆ ਲੋਨ ਲਿਆ ਸੀ ਪੰਜਾਬ ਸਰਕਾਰ ਨੇ। ਉਸ ਲੋਨ ਦਾ ਜਿਹੜਾ ਹੈਗਾ ਵਿਆਜ ਦੇਣ ਦੇ ਲਈ ਜਿਹੜਾ ਹੈਗਾ, ਉਹਦੀ ਰਾਸ਼ੀ ਮੋੜਨ ਦੇ ਲਈ ਜਿਹੜਾ ਇਹਨੂੰ ਮਹਿਸੂਸ ਕੀਤਾ ਜਾ ਰਿਹਾ ਪੇਂਡੂ ਫੰਡ ਨੂੰ ਜਿਹੜਾ ਹੈਗਾ। ਚਿੰਬਾ ਸਾਹਿਬ, ਜਿਹੜਾ ਇਹ ਫੰਡ ਕ੍ਰੀਏਟ ਕੀਤਾ ਹੈ, ਇਹ ਕਿਸਾਨਾਂ ਵਾਸਤੇ ਕੀਤਾ ਹੈ, ਪੇਂਡੂ ਸੜਕਾਂ ਵਾਸਤੇ ਕੀਤਾ ਹੈ, ਪੇਂਡੂ ਡਿਸਪੈਂਸਰੀ ਹੈਗਾ ਹੀ ਪਿੰਡਾਂ ਵਾਸਤੇ ਹੈਗਾ ਜੀ, ਕਿਸਾਨਾਂ ਵਾਸਤੇ ਹੈਗਾ। ਜੇ ਸਰਕਾਰ ਨੇ ਮੰਨ ਲਓ ਲੋਨ ਲੈ ਲਿਆ, ਉਹਦੇ ਲੋਨ ਦੇ ਵਿੱਚ ਇਹ ਪੈਸਾ ਮੋੜ ਰਿਹਾ, ਇਹ ਤਾਂ ਕਿਸਾਨਾਂ ਵਾਸਤੇ। ਕਿਸਾਨਾਂ ਦਾ ਕਰਜ਼ਾ, ਚਾਹੇ ਇਹ ਇੱਕ ਵੱਖਰੀ ਗੱਲ ਆ ਵੀ ਕਿਸਾਨਾਂ ਦਾ ਕਰਜ਼ਾ ਪੂਰਾ ਮਾਫ ਨਹੀਂ ਹੋਇਆ, ਘੱਟ ਹੋਇਆ, ਇਹ ਇੱਕ ਵੱਖਰੀ ਗੱਲ ਆ। ਇਹ ਤਾਂ ਕਿਸਾਨਾਂ ਵਾਸਤੇ ਹੋ ਰਿਹਾ। ਦੇਖੋ ਗੱਲ ਇਹ ਠੀਕ ਆ ਵੀ ਪਿਛਲੀ ਸਰਕਾਰਾਂ ਨੇ ਮਿਸਯੂਜ਼ ਕੀਤਾ, ਇਹਨੇ ਵੀ ਕੀਤਾ, ਪਰ ਜਿਹੜਾ ਸਰਕਾਰ ਨੇ ਰੋਕਿਆ, ਜਿਹੜਾ ਟੈਂਡਰ ਆ, ਉਹਦਾ ਕੋਈ ਹੱਕ ਨਹੀਂ ਬਣਦਾ, ਅਧਿਕਾਰ ਨਹੀਂ ਮੇਰੇ ਹਿਸਾਬ ਨਾਲ ਬਣਦਾ ਉਹਦਾ, ਕਿਉਂਕਿ ਪੰਜਾਬ ਦਾ ਫੰਡ ਹੈ ਜੀ, ਇਹਦਾ ਪੰਜਾਬ ਦਾ ਫੰਡ ਹੈ ਜੀ। ਕਹਿੰਦਾ ਤਾਂ ਹੱਕ ਨਹੀਂ ਬਣਦਾ। ਜਿਹੜਾ ਵਿਸ਼ਾ ਹੈ ਉਹ ਇਹ ਹੋਣਾ ਚਾਹੀਦਾ ਵੀ ਜਿਹੜਾ MSP ਵੱਲ ਨੂੰ ਰੋਕਣ ਵਾਸਤੇ ਸਰਕਾਰ ਨੇ ਸੰਘੀ ਢਾਂਚੇ ਤੇ ਹਮਲਾ ਕੀਤਾ, ਤੇ ਨਾਲ ਦੀ ਨਾਲ ਜਿਹੜੀ MSP ਬੰਦ ਕਰਨ ਵਾਸਤੇ ਜਿਹਨਾਂ ਪਰ ਤਿੰਨੋਂ ਕਾਨੂੰਨ ਲਿਖਿਆ, ਉਸ ਪਾਸੇ ਵੱਲ ਵੱਧ ਰਹੀ ਆ। ਦੇਖੋ ਮੈਂ ਉਹੀ ਕਹਿ ਰਿਹਾ ਹਾਂ ਕਿ ਕੇਂਦਰ ਸਰਕਾਰ ਜਿਹੜੀ ਆ ਆਪਣੇ ਕਾਲੇ ਕਾਨੂੰਨ ਲਾਗੂ ਕਰ ਰਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆ ਲੈਟਰ ਜਿਹੜਾ ਉਹਦਾ ਪ੍ਰਮਾਣ ਮੈਂ ਬਾਰ-ਬਾਰ ਇਹੀ ਕਹਿ ਰਿਹਾ। ਪਰ ਲੇਕਿਨ ਜਿਹੜਾ ਫੰਡ ਜਿਸ ਚੀਜ਼ ਲਈ ਰੱਖਿਆ ਜਾਂਦਾਗਾ, ਉੱਥੇ ਕਿਉਂ ਨਹੀਂ ਵਰਤਿਆ ਜਾਂਦਾਗਾ? ਕਿਉਂ ਨਹੀਂ ਜਿਹੜੀਆਂ ਪੇਂਡੂ ਸੜਕਾਂ ਬਣਾਈਆਂ ਜਾਂਦੀਆਂ? ਕਿਉਂ ਨਹੀਂ ਪੇਂਡੂ ਡਿਸਪੈਂਸਰੀਆਂ ਬਣਾਈਆਂ ਜਾਂਦੀਆਂ? ਕਿਉਂ ਨਹੀਂ ਜਿਹੜਾ ਹੈਗਾ ਮੰਡੀਕਰਨ, ਜਿਹੜਾ ਸੁੰਦਰੀਕਰਨ ਕੀਤਾ ਜਾਂਦਾ? ਪੰਜਾਬ ਦੀਆਂ ਮੰਡੀਆਂ ਦਾ ਕੀ ਹਾਲ ਆ, ਪਿੰਡਾਂ ਜਾ ਕੇ ਦੇਖ ਲਓ। ਉੱਥੇ ਪੈਸਾ ਵਰਤੋਂ ਹੋਣਾਗਾ, ਨਾ ਕਿ ਜਿਹੜਾ ਹੈਗਾ ਕਿਸਾਨ ਦਾ ਕਰਜ਼ਾ ਇਹਦੇ ਨਾਲ ਮਾਫ ਹੋਣਾ। ਕਿਸਾਨ ਦਾ ਕਰਜ਼ਾ ਮਾਫ ਕਰਨ ਦੇ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ, ਕੈਪਟਨ ਸਾਹਿਬ ਨੇ 2017 ਦਾ ਜਿਹੜਾ ਆਪਦਾ ਚੋਣ ਮੈਨੀਫੈਸਟੋ ਸੀਗਾ, ਉਹ 4500 ਕਰੋੜ ਹੀ ਮਾਫ ਹੋਇਆਗਾ। ਸੋ ਉਹਦੇ ਲਈ ਪੰਜਾਬ ਸਰਕਾਰ ਨੂੰ ਹੋਰ ਯਤਨ ਕਰਨੇ ਚਾਹੀਦੇ ਨੇ, ਹੋਰ ਸਾਧਨ ਜਟਾਉਣੇ ਚਾਹੀਦੇ ਨੇ, ਨਾ ਕਿ ਜਿਹੜਾ ਫੰਡ ਜਿਸ ਚੀਜ਼ ਲਈ ਫੰਡ ਆ ਰਿਹਾ ਉਹਦੇ ਲਈ ਉੱਥੇ ਹੀ ਵਰਤੋਂ ਹੋਣੀ ਚਾਹੀਦੀ ਉਹਦੀ। ਹੋਰ ਜੀ ਸਰ, ਇੱਕ ਨਿਗਮ ਦਾ ਗਠਨ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਜੇ ਕੋਈ ਪੋਲਿਊਸ਼ਨ ਫੈਲਾਉਂਦਾ ਫੜਿਆ ਜਾਂਦਾ ਤਾਂ ਉਸ ਵਿੱਚ 1 ਕਰੋੜ ਤੇ 5 ਸਾਲ ਤੱਕ ਦੀ ਸਜ਼ਾ ਦਾ ਜੋ ਬਣਾਇਆ ਗਿਆ। ਦਿੱਲੀ ਦੇ ਵਿੱਚ ਇੱਕ ਨਿਗਮ ਦਾ ਗਠਨ ਕੀਤਾ ਜਿਸ ਵਿੱਚ ਪੰਜਾਬ, ਹਰਿਆਣਾ ਔਰ ਹਿਮਾਚਲ ਔਰ UP ਨੂੰ ਵੀ ਮੈਂਬਰ ਬਣਾਇਆ ਗਿਆ ਹੈਗਾ। ਉਸ ਦੇ ਬਾਰੇ ਬਿਲਕੁਲ, ਦਿੱਲੀ ਵਿੱਚ ਅੱਜ ਇੱਕ ਗ੍ਰੀਨ ਐਪ ਲਾਂਚ ਕੀਤੀ ਗਈ ਹੈ, ਜਿਹਦੇ ਵਿੱਚ ਕਿਉਂਕਿ ਪੋਲੂਸ਼ਨ ਦੀ ਮਾਰ ਆਪਾਂ ਸਾਰੇ ਹੀ ਚੱਲ ਰਹੇ ਆ, ਦਿੱਲੀ, UP, ਹਰਿਆਣਾ, ਪੰਜਾਬ, ਜਿੰਨੇ ਵੀ ਆਲੇ ਦੁਆਲੇ ਦੇ ਸੂਬੇ ਨੇ, ਸਾਰੇ ਹੀ ਅੱਜ ਇਸ ਪੋਲੂਸ਼ਨ ਦੀ ਮਾਰ ਤੋਂ ਪਰੇਸ਼ਾਨ ਨੇ। ਤੇ ਕਿਸ ਤਰੀਕੇ ਪੋਲੂਸ਼ਨ ਤੇ ਰੋਕ ਲੱਗ ਸਕਦੀ ਹੈ, ਉਹਦੀ ਸ਼ੁਰੂਆਤ ਅੱਜ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ। ਅੱਜ ਗ੍ਰੀਨ ਐਪ ਲਾਂਚ ਕਰਕੇ, ਤੇ ਉਹਦੇ ਵਿੱਚ ਬਹੁਤ ਸਿੰਪਲੀ ਤੁਸੀਂ ਜੇ ਕਿਤੇ ਵੀ ਪੋਲੂਸ਼ਨ ਹੁੰਦਾ ਵੇਖਦੇ ਹੋ, ਤੇ ਨੋਰਮਲੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਹਨੂੰ ਕੰਪਲੇਂਟ ਕਰਨੀ ਹੈ, ਕਿੱਦਾਂ ਕੰਪਲੇਂਟ ਕਰਨੀ ਹੈ, ਤੇ ਉਸ ਐਪ 'ਚ ਇਦਾਂ ਦੇ ਪ੍ਰੋਵੀਜ਼ਨ ਦਿੱਤੇ ਗਏ ਹੈ ਕਿ ਤੁਸੀਂ ਸਿੰਪਲੀ ਉੱਥੇ ਕੰਪਲੇਂਟ ਕਰ ਸਕਦੇ ਹੋ। ਤੇ ਜੋ ਵੀ ਰਿਲੇਟਡ ਏਜੰਸੀਜ਼ ਹੈਗੀਆਂ ਨੇ, ਭਾਵੇਂ MCD ਹੈ, ਭਾਵੇਂ ਦਿੱਲੀ ਪੁਲਿਸ ਹੈ, ਭਾਵੇਂ ਦਿੱਲੀ ਸਰਕਾਰ ਦੇ ਮਹਿਕਮੇ ਨੇ, ਉਹ ਇਮੀਡੀਏਟ ਉਸ ਤੇ ਐਕਸ਼ਨ ਲੈਣਗੇ। ਤੇ ਜਿੱਥੇ ਤੱਕ RDF ਫੰਡ ਦੀ ਗੱਲ ਹੈ, ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜੋ ਕੇਂਦਰ ਸਰਕਾਰ ਵੱਲੋਂ RDF ਫੰਡ ਰੋਕਿਆ ਗਿਆ ਉਹਦੀ ਨਿਖੇਧੀ ਕਰਦੀ ਹੈ। ਇਸ ਮਾਹੌਲ 'ਚ ਜੋ ਸੂਬਿਆਂ ਦਾ ਪੈਸਾ ਹੈਗਾ ਉਹਨੂੰ ਨਹੀਂ ਰੋਕਿਆ ਜਾਣਾ ਚਾਹੀਦਾ ਸੀ, ਤੇ ਨਾਲ ਹੀ ਨਾਲ ਇਹ ਡਿਮਾਂਡ ਵੀ ਕਰਦੀ ਹੈ ਕਿ ਜੋ ਦੋਸ਼ੀ ਨੇ, ਜਿਨ੍ਹਾਂ ਨੇ ਪਿਛਲੇ ਸਮਿਆਂ ਵਿੱਚ ਦੁਰਵਰਤੋਂ ਕੀਤੀ RDF ਫੰਡ ਦੀ, ਉਹਨਾਂ ਦੀ ਸਖਤ ਜਾਂਚ ਹੋਣੀ ਚਾਹੀਦੀ। ਜੇ ਤੁਹਾਨੂੰ ਕੋਈ ਡਾਊਟ ਹੈ ਤੁਸੀਂ CAG ਤੋਂ ਜਾਂਚ ਕਰਾਓ, ਪਰ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਜੋ RDF ਦਾ ਪੈਸਾ ਰੋਕਿਆ ਗਿਆ ਉਹਦੀ ਆਪਾਂ ਖਿਲਾਫਤ ਕਰਦੇ ਹਾਂ। ਜਨਰਲ ਜੀ, ਦਿੱਲੀ ਸਰਕਾਰ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਉੱਤੇ ਇਹ ਕਹਿੰਦੀ ਹੈ ਕਿ ਪੰਜਾਬ ਦੀ ਪਰਾਲੀ ਸੜਦੀ ਹੈ ਤਾਂ ਦਿੱਲੀ 'ਚ ਪੋਲਿਊਸ਼ਨ ਹੋ ਰਿਹਾ, ਤੁਹਾਡਾ ਕੀ ਸਟੈਂਡ ਹੈ ਇਸ ਤੇ? ਮੈਂ ਬਿਲਕੁਲ ਕਲੀਅਰ ਕਰ ਦਿੰਦਾ, ਪਰਾਲੀ ਸਾੜਨ ਨਾਲ ਜੋ ਧੂਆਂ ਫੈਲਦਾ ਉਹਦਾ ਸਾਰੇ ਪਾਸੇ ਨੁਕਸਾਨ ਹੁੰਦਾ। ਜੇ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਜੋ ਆਲੇ ਦੁਆਲੇ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਧੂਆਂ ਲੱਗਦਾ, ਇਹਦਾ ਸੋਲੂਸ਼ਨ ਕੱਢਣਾ ਚਾਹੀਦਾ ਸੀ। ਅੱਜ ਦਿੱਲੀ ਸਰਕਾਰ ਵੱਲੋਂ
ਦਿੱਲੀ ਦੀ ਜੋ ਪਰਾਲੀ ਦੀ ਸਮੱਸਿਆ ਹੈਗੀ, ਉੱਥੇ ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਖੇਤਾਂ ਵਿੱਚ ਇੱਕ ਘੋਲ ਤਿਆਰ ਕਰਕੇ ਦਿੱਤਾ ਗਿਆ। ਪੂਸਾ ਇੰਸਟੀਚਿਊਟ ਵਿੱਚ ਘੋਲ ਤਿਆਰ ਕਰਕੇ ਦਿੱਤਾ। ਕੱਲ ਉਹਦੀ ਰਿਪੋਰਟ ਆਈ ਹੈ। ਕਿਸਾਨ ਧੰਨਵਾਦ ਕਰ ਰਹੇ ਨੇ ਦਿੱਲੀ ਵਿੱਚ ਦਿੱਲੀ ਸਰਕਾਰ ਦਾ ਕਿ ਸਰਕਾਰ ਵੱਲੋਂ ਇੱਕ ਇੱਦਾਂ ਦਾ ਪ੍ਰੋਵੀਜ਼ਨ ਦਿੱਤਾ ਗਿਆ, ਇੱਕ ਇੱਦਾਂ ਦਾ ਸਮਾਧਾਨ ਦਿੱਤਾ ਗਿਆ ਜਿਹਦੇ ਨਾਲ ਪਰਾਲੀ ਦੀ ਸਮੱਸਿਆ ਖਤਮ ਹੋ ਸਕੀ। ਹਾਲਾਂਕਿ ਦਿੱਲੀ ਵਿੱਚ ਬਹੁਤ ਥੋੜੇ ਜਿਹੇ ਏਰੀਏ ਵਿੱਚ ਖੇਤੀ ਹੁੰਦੀ ਹੈ, ਬਹੁਤ ਥੋੜੇ ਜਿਹੇ ਏਰੀਏ ਵਿੱਚ ਪਰਾਲੀ ਸੜਦੀ ਹੈ, ਤੇ ਜੇ ਦਿੱਲੀ ਸਰਕਾਰ ਇੱਦਾਂ ਦਾ ਇਨੀਸ਼ੀਏਟਿਵ ਲੈ ਕੇ ਤੇ ਆਪਣੇ ਕਿਸਾਨਾਂ ਨੂੰ ਇੱਕ ਸਮਾਧਾਨ, ਇੱਕ ਸੋਲੂਸ਼ਨ ਦੇ ਸਕਦੀ ਹੈ, ਜਿਹਦਾ ਅੱਜ ਕਿਸਾਨ ਧੰਨਵਾਦ ਕਰ ਰਹੇ ਨੇ ਕਿ ਜੇ ਪਰਾਲੀ ਸੜਦੀ ਤੇ ਸਭ ਤੋਂ ਪਹਿਲਾਂ ਤੇ ਕਿਸਾਨ ਦੇ ਘਰ ਤੱਕ ਉਹਦਾ ਧੂੰਆਂ ਜਾਂਦਾ ਹੈ। ਤੇ ਪੰਜਾਬ ਵਿੱਚ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਸੀ। ਛੇਤੀ ਆਪਾਂ ਇਦਾਂ ਦਾ ਵੀ ਕੁਝ ਆਪਾਂ ਤੇ ਬੇਨਤੀ ਕਰਦੇ ਆ, ਇੱਧਰ ਇੱਕ ਨਿਵੇਦਨ ਕਰਦੇ ਆ ਬਾਕੀ ਆਲੇ ਦੁਆਲੇ ਦੇ ਸੂਬੇ ਦੀ ਸਰਕਾਰਾਂ ਨੂੰ ਵੀ ਕਿ ਆਪਣੇ ਇਲਾਕਿਆਂ ਵਿੱਚ ਵੀ ਜੋ ਪਰਾਲੀ ਦੀ ਸਮੱਸਿਆ ਹੈ ਉਹਨੂੰ ਸੋਲਵ ਕਰਨ ਵਾਸਤੇ ਇਦਾਂ ਦੇ ਉਪਰਾਲੇ ਕਰਨ, ਜੋ ਕਿ ਇਦਾਂ ਦੇ ਸਾਇੰਟੀਫਿਕ ਤਰੀਕੇ ਨਾਲ ਪਰਾਲੀ ਦਾ ਜੋ ਘੋਲ ਪਾ ਕੇ ਪਰਾਲੀ ਨੂੰ ਸਾੜਿਆ ਗਿਆ ਉਹਦੇ ਨਾਲ ਉਹਦਾ ਫਰਟਾਈਲ ਵੈਲਿਊ ਵੀ ਵਧੀ ਉਸ ਜ਼ਮੀਨ ਦੀ। ਤੇ ਦੋਵੇਂ ਪਾਸਿਓਂ ਇੱਕ ਤੇ ਕਿਸਾਨਾਂ ਨੂੰ ਡਿਮਾਂਡ ਰਹਿੰਦੀ ਵੀ ਜੋ ਸੈਂਟਰ ਸਟੇਟ ਗਵਰਨਮੈਂਟ ਵੱਲੋਂ ਜੋ ਇਨਸੈਂਟਿਵ ਅਨਾਉਂਸ ਕੀਤੇ ਗਏ ਸੀ ਉਹ ਸਾਨੂੰ ਮਿਲਦੇ ਨਹੀਂ, ਉਹਨਾਂ ਕਰਕੇ ਆਪਾਂ ਪਰਾਲੀ ਨੂੰ ਫੇਰ ਮਜਬੂਰੀ ਸਾੜਨਾ ਪੈਂਦਾ ਹੈ। ਤੇ ਟੋਟਲ ਰਿਸਪੌਂਸਿਬਿਲਟੀ ਸਟੇਟ ਗਵਰਨਮੈਂਟ ਦੀ ਬਣਦੀ ਹੈ ਕਿ ਪਰਾਲੀ ਦੀ ਜੋ ਸਮੱਸਿਆ ਹੈਗੀ ਉਹਦਾ ਸੋਲੂਸ਼ਨ ਕੱਢ ਕੇ ਆਪਣੇ ਲੋਕਾਂ ਨੂੰ ਦੇਵੇ। ਜਰਨੈਲ ਜੀ ਕਰੋਨਾ ਫੈਲਿਆ ਸੀਗਾ ਤੇ ਆਕਸੀਮੀਟਰ ਸੀਗੇ ਜਿਹੜੇ ਉਹ ਕੇਜਰੀਵਾਲ ਜੀ ਵੱਲੋਂ ਵੰਡਵਾਏ ਗਏ ਸੀ ਪੰਜਾਬ ਦੇ ਵਿੱਚ, ਕਿ ਹੁਣ ਪੰਜਾਬ ਦੇ ਕਿਸਾਨਾਂ ਵਾਸਤੇ ਕੇਜਰੀਵਾਲ ਦੀ ਪਰਾਲੀ ਦਾ ਸੋਲੂਸ਼ਨ ਵੇਖੋ ਆਪੋਜੀਸ਼ਨ ਦੀ ਡਿਊਟੀ ਹੁੰਦੀ ਹੈ ਕਿ ਜਿੱਥੇ ਵੀ ਸਰਕਾਰ ਕਮਜ਼ੋਰ ਹੈ, ਜਿੱਥੇ ਵੀ ਸਰਕਾਰ ਦੀ ਕੋਈ ਨਾਕਾਮੀ ਹੈ ਉਹਦਾ ਚੇਤਾ ਉਹਨੂੰ ਕਰਾਵੇ। ਬਿਲਕੁਲ ਤੁਸੀਂ ਠੀਕ ਕਿਹਾ, ਆਕਸੀਮੀਟਰ ਮੁਹਿੰਮ ਵਿੱਚ ਸਾਡੀ ਆਕਸੀਮੀਟਰ ਕੈਂਪੇਨ ਨੂੰ ਵੇਖ ਕੇ ਮਜਬੂਰਨ ਪੰਜਾਬ ਸਰਕਾਰ ਨੂੰ ਐਲਾਨ ਕਰਨਾ ਪਿਆ, ਭਾਵੇਂ ਸ਼ੁਰੂ ਜਿੰਨੀ ਮਰਜ਼ੀ ਖਿਲਾਫਤ ਕਰਦੇ ਰਹੇ ਕਿ ਜੀ ਇਹ ਤੇ ਐਵੇਂ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਕਰੋਨਾ ਫੈਲਾ ਰਹੇ ਨੇ, ਪਰ ਅਲਟੀਮੇਟਲੀ ਉਹਨਾਂ ਨੇ ਵੀ ਕਿਹਾ ਜੀ ਅਸੀਂ ਵੀ 50,000 ਕਿੱਟਾਂ ਅਰੇਂਜ ਕਰ ਲਈਆਂ ਤੇ ਆਪਾਂ ਵੀ ਪੰਜਾਬ ਦੇ ਲੋਕਾਂ ਨੂੰ ਦੇਣੀਆਂ ਸ਼ੁਰੂ ਕਰਤੀਆਂ। ਅਸੀਂ ਸੋਚਦੇ ਹਾਂ ਸ਼ਾਇਦ ਸਾਡੀ ਇਸ ਮੁਹਿੰਮ ਤੋਂ ਵੀ ਕੈਪਟਨ ਸਾਹਿਬ ਆਪਣੀ ਨੀਂਦ ਤੋਂ ਜਾਗਣ ਤੇ ਪਰਾਲੀ ਦੀ ਜੋ ਸਮੱਸਿਆ ਹੈਗੀ, ਜੋ ਸਾਰਿਆਂ ਦੀ ਸਾਡੀ ਸਾਂਝੀ ਸਮੱਸਿਆ ਹੈ, ਉਹਦਾ ਕੋਈ ਸਮਾਧਾਨ ਕੱਢਣ ਦੀ ਤੇ ਅਸੀਂ ਤੇ ਆਉਣ ਵਾਲੇ ਟਾਈਮ 'ਚ ਉਹਦਾ ਇਲਾਜ ਕਰਾਂਗੇ। ਜਰਨੈਲ ਜੀ ਲੋਕੀ ਮਹਿਸੂਸ ਕਰਦੇ ਨੇ ਕਿ ਕੀ ਜਿਹੜਾ ਕਿਸਾਨ ਪਰਾਲੀ ਸਾੜਦੇ ਉਹ ਕੌੜਾ ਹੁੰਦਾ ਤੇ ਜਿਹੜਾ ਸਾਰਾ ਸਾਲ ਫੈਕਟਰੀਆਂ ਤੇ ਕਾਰਖਾਨਿਆਂ 'ਚ ਧੂੰਆਂ ਨਿਕਲਦਾ ਉਹ ਮਿੱਠਾ ਹੁੰਦਾ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਕੱਲੀ ਪਰਾਲੀ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈਗੀ। ਇਹਦੇ ਬਹੁਤ ਸਾਰੇ ਫੈਕਟਰ ਨੇ, ਟਾਈਮ ਟੂ ਟਾਈਮ ਅਲੱਗ-ਅਲੱਗ ਸਰਵੇ ਹੋ ਕੇ, ਰਿਸਰਚ ਹੋ ਕੇ ਰਿਪੋਰਟ ਵੀ ਆਉਂਦੀਆਂ ਨੇ, ਪਰ ਜੋ ਵੀ ਪ੍ਰੋਬਲਮ ਹੈ, ਭਾਵੇਂ ਇੰਡਸਟਰੀਅਲ ਵੇਸਟ ਹੈ, ਭਾਵੇਂ ਵਹੀਕਲਸ ਤੋਂ ਧੂੰਆਂ ਨਿਕਲਦਾ ਹੈ ਉਹ ਚਾਹੇ ਰੀਜ਼ਨ ਹੈ, ਭਾਵੇਂ ਪਰਾਲੀ ਹੈ, ਸਰਕਾਰਾਂ ਨੂੰ ਇਹਦੇ ਸਮਾਧਾਨ ਤੇ ਕੰਮ ਕਰਨਾ ਚਾਹੀਦਾ। ਅੱਜ ਦਿੱਲੀ ਵਿੱਚ ਆਪਾਂ ਐਪ ਲਾਂਚ ਕੀਤੀ ਹੈ, ਦਿੱਲੀ ਵਿੱਚ ਆਪਾਂ ਪਰਾਲੀ ਵਾਸਤੇ ਵੀ ਉਹਦਾ ਸਮਾਧਾਨ ਕੱਢਿਆ ਤੇ ਹਰ ਤਰੀਕੇ ਨਾਲ ਜੇ ਦਿੱਲੀ ਸਰਕਾਰ ਕਰ ਸਕਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ। ਸਰ, ਕੇਂਦਰ ਸਰਕਾਰ ਨੇ ਇੱਕ ਅਧਿਆਦੇਸ਼ ਪਾਸ ਕੀਤਾ, ਜਿਹੜਾ ਮੇਰਾ ਸਵਾਲ ਸੀ ਪਹਿਲਾਂ, ਕਿ ਉਹਦੇ ਵਿੱਚ ਇੱਕ ਨਵਾਂ ਬੋਰਡ ਬਣਾਇਆ ਗਿਆ ਜਿਸ ਦੇ ਤਹਿਤ ਦਿੱਲੀ ਦੇ ਵਿੱਚ ਆਫਿਸ ਹੋਏਗਾ ਔਰ ਨਾਲ ਦੇ ਜੋ ਸਟੇਟ ਆ ਉਹਨਾਂ ਨੂੰ ਇਨਵੋਲਵ ਕੀਤਾ ਗਿਆ ਹੈ, ਜਿਹੜੇ ਜੇ ਕੋਈ ਵੀ ਪੋਲੂਸ਼ਨ ਕਰਦਾ ਉਸ ਤੇ 1 ਕਰੋੜ ਦਾ ਜੁਰਮਾਨਾ ਔਰ 5 ਸਾਲ ਦੀ ਸਜ਼ਾ ਦੇਣ ਤੱਕ ਦਾ ਉਹਨੂੰ ਅਧਿਕਾਰ ਦਿੱਤਾ ਜਾਏਗਾ। ਇਸ ਨਵੇਂ ਕਾਨੂੰਨ ਨੂੰ ਕਿੱਦਾਂ ਦੇਖ ਰਹੇ ਹੋ ਕੇਂਦਰ ਨੇ ਜੋ ਪਾਸ ਕੀਤਾ? ਐਨਜੀਟੀ ਵੱਲੋਂ, ਸੁਪਰੀਮ ਕੋਰਟ ਵੱਲੋਂ ਆਦੇਸ਼ ਪਾਸ ਕੀਤੇ ਗਏ ਨੇ ਤੇ ਸਾਰੇ ਸੂਬਿਆਂ ਨੂੰ ਪੋਲੂਸ਼ਨ ਰੋਕਿਆ ਜਾਵੇ, ਇਹਦੇ ਤੇ ਕੰਮ ਕਰਨ ਨੂੰ ਕਿਹਾ ਗਿਆ, ਜਿਹਦੇ ਚੱਲਦੇ ਮੈਂ ਤੁਹਾਡੇ ਸਵਾਲ ਦਾ ਹੀ ਜਵਾਬ ਦਿੱਤਾ ਸੀ। ਅੱਜ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਗ੍ਰੀਨ ਐਪ ਲਾਂਚ ਕੀਤੀ ਗਈ ਹੈ। ਹੋਰ ਸੂਬਿਆਂ ਨੂੰ ਵੀ ਕੀ ਕਾਰਨ ਨੇ, ਹਰ ਸੂਬੇ ਵਿੱਚ ਵੱਖ-ਵੱਖ ਕਾਰਨ ਹੋ ਸਕਦੇ ਨੇ ਪੋਲੂਸ਼ਨ ਦੇ, ਉਹ ਸਾਰੇ ਕਾਰਨਾਂ ਉੱਤੇ ਕਿੱਦਾਂ ਠੱਲ ਪਾਈ ਜਾ ਸਕੇ ਉਹ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਉਹਦੇ ਚੱਲਦੇ ਹੀ ਅੱਜ ਦਿੱਲੀ ਵਿੱਚ ਗ੍ਰੀਨ ਐਪ ਲਾਂਚ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਬੜੀ ਸਰਗਰਮੀ ਨਾਲ, ਕਿਉਂਕਿ ਸਿਹਤ ਤੋਂ ਜ਼ਰੂਰੀ ਚੀਜ਼ ਕੋਈ ਨਹੀਂ, ਸਿਹਤ ਬਹੁਤ ਇੰਪੋਰਟੈਂਟ ਲਾਈਫ ਦਾ ਪਾਰਟ ਹੈ ਤੇ ਉਹਦੇ ਚੱਲਦੇ ਇਹਦੇ ਤੇ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਵੱਲੋਂ ਗ੍ਰਾਮ ਸਭਾ ਦੇ ਮਤੇ ਪਵਾਏ ਜਾ ਰਹੇ ਨੇ, ਕਾਫੀ ਚਿਰ ਤੋਂ ਪ੍ਰੋਗਰਾਮ ਚੱਲ ਰਿਹਾ ਹੈ, ਅੱਗੇ ਇਸ ਦਾ ਕੀ ਕਰਨਾ ਹੈ? ਸਾਰੇ ਮਤੇ ਪਵਾ ਕੇ ਲਾਸਟ ਦੇ ਵਿੱਚ ਕੀ ਸਟੈਪ ਰਹੇ? ਬਿਲਕੁਲ, ਜਿਹੜੇ ਗ੍ਰਾਮ ਸਭਾ ਦੇ ਮਤੇ ਨੇ ਲੌਜੀਕਲ ਨੇ ਤੇ ਜੇ ਗ੍ਰਾਮ ਸਭਾ ਡਿਸਾਈਡ ਕਰ ਲਵੇ ਕਿ ਅਸੀਂ ਆਪਣੇ ਪਿੰਡਾਂ ਦੀ ਜ਼ਮੀਨ ਕਿਸੇ ਪ੍ਰਾਈਵੇਟ ਇੰਡਸਟਰੀ ਨੂੰ, ਪ੍ਰਾਈਵੇਟ ਪਲੇਅਰ ਨੂੰ ਵਰਤਣ ਨਹੀਂ ਦੇਣੀ ਤੇ ਇਹਦਾ ਇਫੈਕਟਿਵ ਸੋਲੂਸ਼ਨ ਨਿਕਲ ਸਕਦਾ, ਪਰ ਇਹ ਇੱਕ ਸਪੋਰਟਿਵ ਕੈਂਪੇਨ ਤੇ ਹੋ ਸਕਦੀ ਹੈ। ਅਲਟੀਮੇਟਲੀ ਹਾਲ ਤੇ ਜੋ ਆਰਡੀਨੈਂਸ ਕੇਂਦਰ ਵੱਲੋਂ ਪਾਸ ਕੀਤਾ ਗਿਆ ਉਹਦੇ 'ਚ ਹੀ ਸੰਸ਼ੋਧਨ ਕਰਕੇ ਉਹਨੂੰ ਖਾਰਜ ਕਰਕੇ ਨਿਕਲ ਸਕਦਾ। ਜਰਨੈਲ ਜੀ, ਇੱਕ ਦਿੱਲੀ ਦੇ ਵਿੱਚ ਕਪਿਲ ਮਿਸ਼ਰਾ ਜੀ ਨੇ ਸਤਿੰਦਰ ਜੈਨ ਤੇ ਇਲਜ਼ਾਮ ਲਗਾਇਆ ਸੀਗਾ ਔਰ ਉਸ ਦੇ ਲਈ ਮਾਫੀ ਮੰਗ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਇੱਕ ਕੰਪੇਨ ਦੇ ਤੌਰ ਤੇ ਭਰਿਆ ਜਾ ਰਿਹਾ ਸੱਚ ਕਾ ਬੋਲ ਵਾਲਾ, ਝੂਠ ਕਾ ਮੂੰਹ ਕਾਲਾ। ਉਸ ਟਾਈਮ ਉਹਨੇ ਕੀ ਕਿਹਾ ਸੀ ਔਰ ਹੁਣ ਕੀ ਕਹਿ ਰਹੇ ਨੇ, तो दोनों चीज़ों उत्थे माफी मंगी गई। उस कंपैरिजन में जिवें पंजाब से देखा था की देखोगे? वेखो बहुत ही घटिया किस्म के दोष कपिल मिश्रा ने लाए सी मुख्यमंत्री साहब ते अज उन्होंने उहदा एहसास होया जदों प्रूव करन नूं किहा ते उन्होंने ਉਹਦੀ ਮਾਫੀ ਮੰਗੀ ਹੈ ਤੇ ਸਵਾਲ ਅੱਜ ਕਪਿਲ ਮਿਸ਼ਰਾ ਤੋਂ ਹੋਣੇ ਚਾਹੀਦੇ ਨੇ। ਧੰਨਵਾਦ।
ਮੋਬਾਈਲ ਤੁਹਾਡਾ